ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਹੋਏ ਹਨ। ਅਕਾਲ ਪੁਰਖ ਦੀ ਰਹਿਮਤ ਦੇ ਨਾਲ ਚੌਵੀ ਘੰਟਿਆਂ ਤੋਂ ਕੁਝ ਸਮਾਂ ਸਤਸੰਗਤ ਕਰਨ ਦਾ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਨਾਲ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਹੁਕਮ ਸੁਣਨ ਦਾ ਸੁਭਾਗ ਸਮਾਂ ਮਿਲਦਾ ਹੈ। ਇਸ ਜਗਤ ਦੇ ਵਿੱਚ ਐਸੇ ਮਹਾਂਪੁਰਖ ਬ੍ਰਹਮ ਗਿਆਨੀ ਤਤਵੇਤੇ ਹੋਏ ਹਨ, ਜਿਨ੍ਹਾਂ ਨੇ ਸਮਾਜ ਦੇ ਵਿੱਚ 7 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ। ਬ੍ਰਹਮ ਗਿਆਨੀ ਹੋਏ ਜਿਨ੍ਹਾਂ ਨੇ 6 ਪਾਤਸ਼ਾਹੀਆਂ ਨੂੰ ਹੱਥੀਂ ਤਿਲਕ ਲਾਇਆ, 6 ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰੇ ਕੀਤੇ। 6 ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰੇ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। 7 ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰੇ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਹੋਏ ਨੇ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਬਾਬਾ ਸ਼੍ਰੀ ਚੰਦ ਜੀ ਨੇ ਕੀਤੇ ਨੇ। ਗੁਰੂ ਸਾਹਿਬ ਜੀ ਮਹਾਰਾਜ ਦੇ ਕਿਸੇ ਬ੍ਰਹਮ ਗਿਆਨੀ ਨੇ 5 ਗੁਰੂਆਂ ਦੇ ਦਰਸ਼ਨ ਦੀਦਾਰੇ, ਕਿਸੇ ਨੇ 6 ਦੇ, ਕਿਸੇ ਨੇ 7 ਦੇ, ਸਰੀਰ ਦੇ ਵਿੱਚ ਰਹਿੰਦਿਆਂ ਹੋਇਆ। ਬਹੁਤ ਵੱਡੇ ਭਾਗਾਂ ਵਾਲੀਆਂ ਇਹ ਜਿੰਦੜੀਆਂ ਨੇ, ਜਿਹੜੀਆਂ 11 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਕਿਸੇ ਨੇ 5 ਦੇ ਕੀਤੇ, ਕਿਸੇ ਨੇ 6 ਦੇ, ਕਿਸੇ ਨੇ 7 ਦੇ, 10 ਪਾਤਸ਼ਾਹੀਆਂ ਦੇ, 11ਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਇੱਕੋ ਜਗ੍ਹਾ 'ਤੇ ਦਰਸ਼ਨ ਦੀਦਾਰੇ ਸਾਨੂੰ ਅੱਜ ਹੋ ਰਹੇ ਨੇ। ਦਰਸ਼ਨਾਂ ਦੀ ਤਾਂਘ ਹਰ ਇੱਕ ਮਨੁੱਖ ਰੱਖਦਾ ਹੈ। ਬਾਬਾ ਸ਼੍ਰੀ ਚੰਦ ਜੀ ਮਹਾਰਾਜ 7 ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰੇ ਕਰ ਗਏ। ਦਰਸ਼ਨ ਕਉ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਜਿਨ੍ਹਾਂ ਨੂੰ ਵੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਹੋਏ ਨੇ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਸੀ ਉਤਾਰ ਕੇ ਨਿਰਲੇਪਤਾ ਦੇ ਵਿੱਚ ਬ੍ਰਹਮ ਗਿਆਨ ਗੁਰੂ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਬਖਸ਼ ਦਿੱਤਾ ਹੈ। ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਸਜਦਾ ਹੀ ਹੁੰਦੀਆਂ ਰਹਿਣੀਆਂ ਨੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਕਸ਼ਮੀਰ ਦੇ ਵਿੱਚ ਗਏ ਨੇ ਨਾ, ਮਹਾਰਾਜ ਬਾਰਾਮੂਲਾ ਦੇ ਵਿੱਚ ਜਥੇ ਸਮੇਤ ਮਹਾਰਾਜ ਉੱਥੇ ਗਏ 6ਵੇਂ ਪਾਤਸ਼ਾਹ, ਤੇ ਮਹਾਰਾਜ ਦੇ ਬੈਠਿਆਂ ਤੋਂ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਸੀ।
ਸਿੰਘਾਂ ਨੂੰ ਮਹਾਰਾਜ ਨੇ ਪੁੱਛਿਆ, ਕਹਿੰਦੇ ਬੱਚਾ ਕਿੱਥੇ ਰੋਂਦਾ ਹੈ? ਜਾਣੀ ਜਾਣ ਤੇ ਸਤਿਗੁਰੂ ਮਹਾਰਾਜ ਜੀ ਸਾਰਾ ਕੁਝ ਜਾਣਦੇ ਸੀ। ਕਹਿੰਦੇ ਬੱਚਾ ਕਿੱਥੇ ਰੋ ਰਿਹਾ ਹੈ? ਸਿੰਘ ਕਹਿਣ ਲੱਗੇ, ਮਹਾਰਾਜ ਕਿਤੇ ਨੇੜੇ ਤੇੜੇ ਹੀ ਹੈ, ਪਰ ਇਹ ਸਮਝ ਨਹੀਂ ਆ ਰਹੀ ਕਿ ਕਿੱਥੇ ਜੇ ਰੋ ਰਿਹਾ ਹੈ। ਬਾਬੇ ਬਿਧੀ ਚੰਦ ਦੀ 6ਵੇਂ ਪਾਤਸ਼ਾਹ ਮਹਾਰਾਜ ਨੇ ਡਿਊਟੀ ਲਾਈ। ਕਹਿੰਦੇ ਬਿਧੀ ਚੰਦ ਜਾ, ਕਹਿੰਦੇ ਦੇਖ ਕੇ ਆ ਕਿ ਬੱਚਾ ਕਿੱਥੇ ਰੋਂਦਾ ਤੇ ਕਿਉਂ ਰੋਂਦਾ ਹੈ, ਰੋਣ ਦਾ ਕਾਰਨ ਕੀ ਹੈ। ਬਾਬਾ ਬਿਧੀ ਚੰਦ ਜੀ ਗਏ ਤੇ ਉਹ ਬੱਚਾ ਕੂੜੇ ਦੇ ਢੇਰ ਦੇ ਵਿੱਚ ਦੱਬਿਆ ਹੋਇਆ ਸੀ ਤੇ ਕੂੜੇ ਦੇ ਢੇਰ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਬੱਚੇ ਦੇ ਰੋਣ ਦੀਆਂ। ਬਾਬੇ ਬਿਧੀ ਚੰਦ ਨੇ ਸਤਿਗੁਰਾਂ ਦਾ ਹੁਕਮ ਸੀ, ਮੰਨ ਕੇ ਹੁਕਮ ਨੂੰ ਉਹ ਬੱਚੇ ਨੂੰ ਕੂੜੇ ਦੇ ਢੇਰ ਵਿੱਚੋਂ ਕੱਢ ਲਿਆਂਦਾ। ਬਾਰਾਮੂਲਾ ਦਾ ਇਹ ਬਚਨ। ਜਦੋਂ ਉੱਥੋਂ ਕੱਢ ਕੇ 6ਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਲਿਆਂਦਾ ਨਾ, ਕਹਿੰਦੇ ਮਹਾਰਾਜ ਇਹ ਤੇ ਨਵ ਜਨਮਿਆ ਬੱਚਾ ਹੈ, ਇਹ ਤੇ ਨਵ ਜਨਮੇ ਬੱਚੇ ਨੂੰ ਕੋਈ ਕੂੜੇ ਦੇ ਢੇਰ ਦੇ ਵਿੱਚ ਦੱਬ ਗਿਆ। ਕੂੜੇ ਦੇ ਢੇਰ ਵਿੱਚ ਕੋਈ ਦੱਬ ਗਿਆ। ਹੈਰਾਨਗੀ ਦੀ ਗੱਲ ਹੈ ਮਹਾਰਾਜ ਕਿ ਨਵ ਜਨਮੇ ਬੇਟੇ ਨੂੰ ਕੋਈ ਕੂੜੇ ਦੇ ਢੇਰ ਦੇ ਵਿੱਚ ਕਿਉਂ ਦੱਬ ਗਿਆ। ਇਹ ਅੱਜ ਤੋਂ ਨਹੀਂ, ਦੁਨੀਆ ਜਿੰਨੇ ਮਾੜੇ ਕਰਮ ਕਰਦੀ ਹੈ ਪੁਰਾਤਨ ਸਮੇਂ ਤੋਂ ਲੈ ਕੇ ਕਰਦੀ ਆ ਰਹੀ ਹੈ, ਪੁਰਾਤਨ ਸਮੇਂ ਤੋਂ ਲੈ ਕੇ। ਹੁਣ ਜਿਹੜਾ ਹੈ ਦੁਨੀਆ ਨੇ ਜਿਹੜੀ ਕੁਦਰਤੀ ਨਿਯਮ ਨੇ, ਕਿਸੇ ਵੀ ਪ੍ਰਕਾਰ ਦੇ ਜਿਹੜੇ ਕੁਦਰਤ ਨੇ ਨਿਯਮ ਬਣਾਏ ਨੇ, ਉਹ ਕੁਦਰਤ ਦੇ ਨਿਯਮਾਂ ਦੀਆਂ ਸਾਰੀ ਦੁਨੀਆ ਨੇ ਰੱਜ ਕੇ ਧੱਜੀਆਂ ਉਡਾ ਰੱਖੀਆਂ ਨੇ, ਕੁਦਰਤੀ ਨਿਯਮਾਂ ਦੀਆਂ। ਹੁਣ ਕਿਹੜਾ ਸੁੱਟਦੇ ਨਹੀਂ, ਬਥੇਰੀ ਦੁਨੀਆ ਹੁਣ ਵੀ ਕੂੜੇ ਦੇ ਢੇਰਾਂ ਦੇ ਬੱਚਿਆਂ ਨੂੰ ਸੁੱਟਦੀ ਹੈ। ਚਲੋ ਉਹਨਾਂ ਟਾਈਮਾਂ ਦੇ ਵਿੱਚ ਕੋਈ ਬੇਟੇ ਨੂੰ ਸੁੱਟ ਗਿਆ, ਉਹਦਾ ਵੀ ਮੂਲ ਕਾਰਨ ਸੀ ਵੀ ਕਿਉਂ ਸੁੱਟ ਕੇ ਗਿਆ ਸੀ, ਅਗਾਹਾਂ ਜਾ ਕੇ ਪੁੱਛਦੇ ਹਾਂ। ਅਜੋਕੇ ਸਮੇਂ ਦੇ ਵਿੱਚ ਮਨੁੱਖ ਹੈ ਜਿਹੜਾ ਇਹ ਬੇਟੀਆਂ ਨੂੰ ਸੁੱਟ ਰਿਹਾ, ਬੜੀ ਜਗ੍ਹਾ 'ਤੇ ਮਿਲੇ ਐਸਾ ਕੁਛ। ਕੁਦਰਤੀ ਨਿਯਮਾਂ ਦੇ ਵਿੱਚ ਜਾਨਵਰਾਂ ਦੇ ਛੋਟੇ ਛੋਟੇ ਨਵ ਜਨਮੇ ਬੱਚੇ ਚੰਨ ਰੁਪਈਆਂ ਦੀ ਖਾਤਰ ਮਨੁੱਖ ਮਾਂ ਤੋਂ ਵੱਖ ਕਰ ਦਿੰਦਾ। ਕੁਦਰਤੀ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਨੇ। ਪਾਪ ਕੋਈ ਬੰਦਾ ਇੱਕ ਕਰਮ ਦਾ ਥੋੜ੍ਹੋ ਕਰਦਾ ਹੈ, ਕਰੋੜਾਂ ਤਰ੍ਹਾਂ ਦੇ ਐਸੇ ਪਾਪ ਅਤੇ ਮਾੜੇ ਕਰਮ ਕਰਦਾ ਹੈ ਜਿਹੜੇ ਕਦੇ ਵੀ ਬਖਸ਼ਣਯੋਗ ਨਹੀਂ ਹੈ, ਜਿਹੜੇ ਕਦੇ ਬਖਸ਼ੇ ਨਹੀਂ ਜਾਂਦੇ। ਆਪ ਜੀ ਧਾਰਮਿਕ ਗ੍ਰੰਥਾਂ ਦੇ ਵਿੱਚ 3 ਬੰਦੇ ਲਿਖੇ ਨੇ ਜਿਨ੍ਹਾਂ ਬੰਦਿਆਂ ਨੂੰ ਰੱਬ ਕਦੇ ਮਾਫ਼ ਨਹੀਂ ਕਰਦਾ। 3 ਬੰਦੇ। ਇੱਕ ਤਾਂ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਲਿਖ ਲਿਖ ਕੇ ਵੇਚ ਦਿੱਤਾ, ਗੁਰੂ ਦੇ ਸ਼ਬਦ ਦਾ, ਗੁਰੂ ਦੇ ਬਚਨ ਦਾ ਮੁੱਲ ਪਾ ਦਿੱਤਾ, ਇਹਨੂੰ ਰੱਬ ਕਦੇ ਮਾਫ਼ ਨਹੀਂ ਕਰਦਾ। ਦੂਸਰੇ ਉਹ ਬੰਦੇ ਨੇ ਜਿਹੜੇ ਆਪਣੇ ਗੁਰੂ ਦੇ ਕੋਲ ਰਹਿੰਦੇ ਹਨ, ਗੁਰੂ ਦੇ ਬਚਨਾਂ ਨੂੰ ਸੁਣਦੇ ਨੇ, ਪਰ ਉਹਨਾਂ ਨੂੰ ਗੁਰੂ ਦੇ ਬਚਨਾਂ 'ਤੇ ਕੋਈ ਭਰੋਸਾ ਨਹੀਂ ਹੈ, ਇਹਨਾਂ ਨੂੰ ਰੱਬ ਕਦੇ ਮਾਫ਼ ਨਹੀਂ ਕਰਦਾ। ਤੀਜੇ ਬੰਦੇ ਉਹ ਨੇ ਜਿਨ੍ਹਾਂ ਨੇ ਆਪਣੀ ਜੀਵਨ ਕਾਲ ਦੇ ਅੰਦਰ ਆਪਣੀ ਮਾਂ ਦਾ ਬੁਰਾ ਤੱਕ ਲਿਆ, ਇਹਨਾਂ ਨੂੰ ਵੀ ਰੱਬ ਕਦੇ ਮਾਫ਼ ਨਹੀਂ ਕਰਦਾ। ਤੋ ਜਿਹੜੇ ਗੁਰੂ ਦੇ ਬਚਨ, ਗੁਰੂ ਦੇ ਕੋਲ ਵੀ ਰਹਿੰਦੇ ਹਨ, ਗੁਰੂ ਦੇ ਨਾਂ 'ਤੇ ਰੋਟੀ ਵੀ ਖਾਂਦੇ ਨੇ,
ਸਾਰਾ ਕੁਛ ਗੁਰੂ ਦੀ ਬਦੌਲਤ ਕਰਦੇ ਨੇ, ਪਰ ਗੁਰੂ ਦਾ ਬਚਨ ਨਹੀਂ ਮੰਨਦੇ। ਰੱਬ ਕਦੇ ਮਾਫ ਨਹੀਂ ਕਰਦਾ। ਤਾਂ ਗੁਰੂ ਦਾ ਬਚਨ ਇਹ ਹੈ, ਕੁਦਰਤੀ ਜਿਹੜੇ ਨਿਯਮ ਪਰਮਾਤਮਾ ਨੇ ਬਣਾਏ ਨੇ, ਇਹਨਾਂ ਨਿਯਮਾਂ ਦੀ ਬੰਦਿਆਂ ਤੂੰ ਉਲੰਘਣਾ ਨਹੀਂ ਕਰਨੀ। ਰੱਬੀ ਨਿਯਮ ਨੇ ਤੇ ਕੁਦਰਤ ਦੇ ਨਿਯਮਾਂ ਦੀ ਮਨੁੱਖ ਹੈ ਜਿਹੜਾ, ਇਹ ਬੜੀਆਂ ਧੱਜੀਆਂ ਉਡਾ ਰਿਹਾ। ਕੱਲੀਆਂ ਬੇਟੀਆਂ ਨੂੰ ਨਹੀਂ ਮਾਰਦਾ, ਜੀਵਾਂ ਦੇ ਛੋਟੇ ਛੋਟੇ ਨਿਦਾਨ ਬੱਚਿਆਂ ਨੂੰ ਉਹਨਾਂ ਦੀ ਮਾਂ ਤੋਂ ਵੱਖ ਕਰ ਦਿੰਦਾ ਹੈ, ਚੰਨ ਰੁਪਈਆਂ ਦੀ ਖਾਤਰ। ਬੜਾ ਕੁਛ ਮਨੁੱਖ ਕਰਦਾ ਹੈ। ਤੋ ਇਹਨਾਂ ਨੇ ਬੇਟੇ ਨੂੰ ਲੈ ਕੇ ਆਂਦਾ ਬਾਬੇ ਬਿਧੀ ਚੰਦ ਨੇ। ਛੇਵੇਂ ਪਾਤਸ਼ਾਹ ਮਹਾਰਾਜ ਨੇ ਉਹਨੂੰ ਨਮਾਇਆ, ਇਸ਼ਨਾਨ ਕਰਾ ਕੇ ਸਭ ਤੋਂ ਪਹਿਲਾਂ ਉਹਦੇ ਮੁੱਖ ਦੇ ਵਿੱਚ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਾਣੀ ਪਾਇਆ ਸੀ। ਇਲਾਕੇ ਦੇ ਵਿੱਚੋਂ ਪੁੱਛਿਆ, ਕਹਿੰਦੇ ਭਾਈ ਬੱਚੇ ਨੂੰ ਕਿਉਂ ਸੁੱਟ ਗਏ? ਇਹਦੇ ਨਮ ਜਨਮੇ ਬੱਚੇ ਦੇ ਮੁੱਖ ਦੇ ਵਿੱਚ 2 ਦੰਦ ਸੀ, ਨਮ ਜਨਮੇ ਦੇ। ਬ੍ਰਾਹਮਣਵਾਦ ਦੇ ਮੁਤਾਬਕ ਜੇ ਨਮ ਜਨਮੇ ਬੱਚੇ ਦੇ 2 ਦੰਦ ਹੋਵਣ ਤੇ ਉਸ ਬੱਚੇ ਨੂੰ ਕੁਥਰਾ ਮੰਨਿਆ ਜਾਂਦਾ ਹੈ। ਆਪ ਜੀ ਸਮਝ ਲਓ ਇਹਨਾਂ ਗੱਲਾਂ ਨੂੰ, ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੁਥਰਾ ਕਿਹਨੂੰ ਕਹਿੰਦੇ ਸੀ ਤੁਹਾਨੂੰ ਪਤਾ ਹੈ। ਪੁਰਾਣੇ ਸਮਿਆਂ ਦੇ ਵਿੱਚ ਕੁਥਰਾ ਬੱਚਾ ਉਸ ਨੂੰ ਕਹੇ ਜਾਂਦਾ ਸੀ ਜਿਹਦੇ ਘਰ ਦੇ ਵਿੱਚ 2 ਦੰਦਾਂ ਵਾਲਾ ਬੱਚਾ ਜਨਮਦਾ। ਕਹਿੰਦੇ ਕੁਥਰਾ ਜੰਮ ਪਿਆ, ਇਹ ਕੁਲ ਦਾ ਨਾਸ ਕਰੇਗਾ। ਕੁਲ ਦਾ ਨਾਸ ਕਰਨ ਵਾਲਾ ਉਹਨੂੰ ਕੁਥਰਾ ਕਹਿੰਦੇ ਸੀ ਕਿ ਕੁਥਰਾ ਜਨਮਿਆ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਫਿਰ ਇਸ ਦਾ ਜਦੋਂ ਪਤਾ ਲੱਗਿਆ ਕਿ ਕੁਥਰਾ ਸਮਝ ਕੇ ਇਹਨਾਂ ਨੇ ਕੂੜੇ ਦੇ ਢੇਰ ਦੇ ਵਿੱਚ ਦੱਬਿਆ, ਤੇ ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਤੁਹਾਡਾ ਕੁਥਰਾ ਤੇ ਸਾਡਾ ਇਹ ਅੱਜ ਤੋਂ ਬਾਅਦ ਸੁਥਰਾ। ਸੁਥਰੇ ਸ਼ਾਹ ਫਕੀਰ ਹੋਏ। ਛੇਵੇਂ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਨਿਰੰਤਰ ਸੇਵਾ ਦੇ ਵਿੱਚ ਰਿਹਾ। ਮਹਾਰਾਜ ਨੇ ਬਚਨ ਕੀਤੇ, ਉਹਦੀ ਪਾਲਣ ਪੋਸ਼ਣਾ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਆਪ ਖੁਦ ਕੀਤੀ ਹੈ। ਇਹ ਪਰ ਫਕੀਰ ਸੀ ਜਿਹੜਾ, ਇਹਦੀਆਂ ਗੱਲਾਂ ਇਹੋ ਜਿਹੀਆਂ ਸੀ, ਮਜ਼ਾਕੀਆ ਰੂਪ ਦੇ ਵਿੱਚ ਗੱਲ ਕਰਦਾ ਸੀ। ਦਸਮੇਸ਼ ਪਿਤਾ ਨਾਲ ਇੱਕ ਦਿਨ ਕਹਿਣ ਲੱਗੇ ਨਾ, 10ਵੇਂ ਪਾਤਸ਼ਾਹ ਕਹਿਣ ਲੱਗੇ ਸੁਥਰਿਆ ਅੱਜ ਜਿਹੜੀ ਦੇਗ ਹੈ ਇਹ ਤੂੰ ਵਰਤਾਉਣੀ ਹੈ ਦੀਵਾਨ ਦੀ ਸਮਾਪਤੀ ਤੋਂ ਬਾਅਦ। ਹੁਣ ਜਿਹੜਾ ਸੁਥਰਾ ਸੀ ਇਹਨੇ ਸੋਚਿਆ ਕਿ ਜੇ ਅੱਜ ਦੇਗ ਵਰਤਾਤੀ ਫੇਰ ਤਾਂ ਕੰਮ ਖਰਾਬ ਹੋ ਜਾਣਾ, ਮਹਾਰਾਜ ਤਾਂ ਸਵੇਰੇ ਫੇਰ ਕਹਿਣਗੇ ਦੇਗ ਵਰਤਾਉਣ ਨੂੰ, ਤੇ ਜੇ ਸਵੇਰੇ ਵੀ ਵਰਤਾ ਦਿੱਤੀ ਪਰਸੋਂ ਫੇਰ ਇਹ ਤਾਂ ਲਗਾਤਾਰ ਕੰਮ ਚੱਲ ਪੈਣਾ ਹੈ। ਜੇ ਨਿੱਤ ਮੈਨੂੰ ਦੇਗ ਵਰਤਾਉਣੀ ਪਈ ਤੇ ਫਿਰ ਮੈਂ ਤੇ ਬੜਾ ਔਖਾ ਹੋਇਆ ਕਰੇਗਾ, ਕੰਮ ਕਰਨ ਦਾ ਕੀ ਹੈ ਜੇ ਅੱਜ ਆਖੇ ਲੱਗੇ ਤਾਂ। ਬਹੁਤ ਸਾਰੀ ਦੁਨੀਆ ਐਸੀ ਹੈ ਜਿਹੜੀ ਦੁਨੀਆ ਦੀ ਹਮੇਸ਼ਾ ਸੋਚ ਇਹੀ ਹੈ ਕਿ ਜੇ ਅੱਜ ਆਖੇ ਲੱਗੇ ਤੇ ਫਿਰ ਕੱਲ੍ਹ ਨੂੰ ਫਿਰ ਕੰਮ ਨੂੰ ਕਹਿਣਗੇ, ਜੇ ਕੱਲ੍ਹ ਆਖੇ ਲੱਗੇ ਤੇ ਪਰਸੋਂ ਫਿਰ। ਹੈਰਾਨਗੀ ਦੀ ਗੱਲ ਹੈ, ਇੱਕ ਬੱਚੇ ਨੂੰ ਦਾਸ ਨੇ ਪੜ੍ਹਨ ਲੱਗ ਗਿਆ ਮੇਰੇ ਕੋਲੇ ਗੁਰਦੁਆਰੇ, ਉਹਨੂੰ ਨਿਤਨੇਮ ਸਿਖਾਤਾ। ਮੈਂ ਕਿਹਾ ਚਲੋ ਹੁਣ ਤੂੰ ਪੋਥੀ ਤੱਕ ਆ ਗਿਆ ਹੈ, ਭਾਗ ਤੱਕ ਪਹੁੰਚਣ ਵਾਲਾ ਹੈ, ਗੁਟਕਾ ਸਾਹਿਬ ਦੀ ਸਾਰੀ ਬਾਣੀ ਤੈਨੂੰ ਪੜ੍ਹਾ ਦਿੱਤੀ ਹੈ, ਹੁਣ ਤੂੰ ਨਿਤਨੇਮ ਕਰਿਆ ਕਰ, ਮਾਈਕ 'ਚ ਬੋਲਣਾ ਸਿੱਖੇਗਾ, ਹੌਲੀ ਹੌਲੀ 4 ਜਣਿਆਂ ਦੇ ਸਾਹਮਣੇ ਨਿਤਨੇਮ ਕਰਨਾ ਸਿੱਖੇਗਾ, ਫਿਰ ਤੂੰ ਕਥਾ ਕਰਨੀ ਸਿੱਖੇਗਾ, ਹੌਲੀ ਹੌਲੀ ਅਗਾਹਾਂ ਵਧੇਗਾ। ਬਹੁਤ ਵਧੀਆ ਸੋਚ ਰੱਖਣ ਵਾਲਾ ਨਿਤਨੇਮ 'ਤੇ ਨਾ ਲੱਗਿਆ। ਕਾਫੀ ਦਿਨ ਮੈਂ ਕਹਿੰਦਾ ਰਿਹਾ, ਮੈਂ ਕਿਹਾ ਹੈਰਾਨਗੀ ਦੀ ਗੱਲ ਹੈ ਕਿ ਨਿਤਨੇਮ ਜਦੋਂ ਜਾਣਦਾ ਫਿਰ ਟਲਦਾ ਕਿਉਂ? ਨਿਤਨੇਮ ਕਰਨ ਤੋਂ ਰਹਿੰਦਾ ਵੀ ਕੋਲੇ, ਰਹਿੰਦਾ ਵੀ ਗੁਰਦੁਆਰੇ ਦੇ ਵਿੱਚ ਹੈ। ਇੱਕ ਦਿਨ ਮੈਨੂੰ ਬਨਾਸ ਮਾਰ ਕੇ ਕਹਿਣ ਲੱਗਿਆ, ਕਹਿੰਦੇ ਜੇ ਅੱਜ ਰਹਿਰਾ ਸਾਹਿਬ ਦਾ ਪਾਠ ਕਰ ਦਿੱਤਾ ਨਾ ਤੇ ਤੁਸੀਂ ਇਹ ਗਲਤ ਗਲਾਵਾਂ ਮੇਰੇ ਹੀ ਪਾ ਦੇਣਾ, ਫਿਰ ਤੁਸੀਂ ਆਪ ਤਾਂ ਕਰਿਆ ਨਹੀਂ ਕਰਨਾ, ਮੈਨੂੰ ਲਾਈ ਰੱਖਿਆ ਕਰੋਗੇ।
मैं क्या हैरानगी की गल, एडी वड्डी सोच रखी बैठा सी। जे तों पढ़ना ही नहीं बाणी तो फिर मेरी काह तो सिर खपाई कराई जाना, मैं 3 महीने हो गए तेरे ते लमकी जांदे नूं। इहो जी सोच रखण वाले बड़ी दुनियादारी दे विच ने। अगाहां वधू सोच नहीं है, पिछां नूं लेके जांदी है। दशमेश पिता नूं इहने किहा ते नहीं, पर मन विच सोचदा रहा भी जे अज देग वरताती कल नूं महाराज फेर कहणगे ये तां लगातार काम चल पैना, फिर मैं औखा बड़ा होवांगा। चलो हुण महाराज दा वचन भी नहीं टालिया, कहंदे आपां दोने ही गल्लां करदे आं, नाले ते देग वरता दिंदे आ ते नाले देग वरताउंदे वरताउंदे महाराज नूं जवाब ही दे दिंदे आ। काम कर भी दिंदे आ, काम करदे करदे नाल नाल जवाब भी दे दिंदे आ। बहुत सारियां जिंदगियां तकरीबन ऐसियां हुंदियां ने, काम भी करदियां ने, काम करदियां करदियां जवाब भी दे दिंदियां। इहने की कीती, बाटा भरिया देग दा पहले दिन इहने देग वरताउणी शुरू कर दित्ती। देग वरताउंदा गया, किसे नूं ते रत्ती भर देग दे दिया करे थोड़ी जी, ते किसे दे ये पूरे दे पूरे हथ भर दिया करे देग दे। हुण संगत हैरान। चलो कोई कुछ मिनट ते ना बोला, गाहां जदों बाबा सारे ਸਿੰਘਾਂ नूं वरता दित्ती इहने देग, एक ਸਿੰਘ ने कह दिता, कहंदे भाई सुथरिया ये जिहड़ी तूं देग वरता रिहा ढंग दे नाल देग वरता तूं। कहंदे महाराज किवें वरतावां? कहंदे एक नूं ते तूं रत्ती भर देग देई जाना ते एक दे तो पूरे दे पूरे हथ भरी जाना, ये वितकरा क्यों करदा देग वरताउण लग्या? क्यों करदा देग वरताउण लग्या वितकरा? तो देणियां ते सब नूं इक्को जी दे देग, ये कर्म तू ना कर सुथरिया। क्योंकि देग दा जिहड़ा वरतारा है ना, ये देग दे वरतारा जे किते भेद भाव कर जे वरतारे दे विच, फिर इस तो वड्डा कोई पापां दा भागी कोई समाज दे विच हो नहीं सकदा। वैसे तो सारे कर्मां दे विच ही है, किसी नाल वितकरा नहीं कीता जा सकदा, पर जिहड़ा देग वरताउण वाला है, जिहड़ी क्योंकि देग जिहड़ी है इहनूं असीं इंज नहीं लेना कि असीं परमात्मा दे घर दे विच गए ते सानूं देग मिल गई। गुरु साहिब जी महाराज जियां दी ये प्रतੱਖ रूप दे विच बख्शिश है। एक तां हुंदी है ना प्रतੱਖ, भी परमात्मा ने सानूं सवास दिते ने, ना तो सानूं अंदर जांदे दिस रहे है, ना वो सानूं बाहर जांदे दिस रहे है, वो तो दिसदे ही नहीं। एक वस्तु है जो परमात्मा ने दिती है, पर ये सानूं दिखाई दे रही है कि परमात्मा दी दात साडे हथ दे विच है। एक सानूं अखां नाल दिखाई दिंदी है, एक अखां नाल दिखाई नहीं दिंदी। 3 वारी सिख धर्म नूं देग मिली है। जदों गुरु नानक महाराज ने लख पताल आकाशां की गल कीती है, फकीर ने अपना चेला भेजिया, वो 7 पताल की गल करते सी, गुरु नानक ने लखां की गल कीती। चेले नूं नाल लिजा के जदों दर्शन दीदारे महाराज करवाउंदे रहे, जिथे जाके चेला कहन लग्या महाराज वाकई लख पताल ने, वापस चले गए। उत्थे सत संगत दे विचों गुरु नानक देव साहिब जी महाराज जी ने देग लिया के कहंदे इत्थों प्रशाद ले ला ते धरती की सतह ते जाके वरतावांगे। फिर उत्थों देग लिया के धरती की सतह ते लिया के देग वरताई सी गुरु नानक देव साहिब जी महाराज ने पहली बार। दूसरी बार जदों भाई लहणा जी जंगल दे विच गुरु नानक देव साहिब जी महाराज गए
ਤੇ ਆਪ ਜੀ ਨੂੰ ਇਤਿਹਾਸ ਤੋਂ ਪਹਿਲੇ ਜਾਣੂ ਕਰਵਾਇਆ ਕਿ ਤੂੰ ਮੁਰਦਾ ਖਾ ਲੈ। ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਕਿਹੜੇ ਪਾਸੋਂ ਖਾਣਾ ਸ਼ੁਰੂ ਕਰਾਂ, ਸਿਰ ਵਾਲੇ ਪਾਸੋਂ ਜਾਂ ਪੈਰਾਂ ਵਾਲੇ ਪਾਸੋਂ, ਤੁਹਾਡਾ ਹੁਕਮ ਹੋਵੇ। ਜਦੋਂ ਕੱਪੜਾ ਚੱਕਿਆ ਤੇ ਥੱਲੇ ਦੇਗ ਬਣੀ ਹੋਈ ਸੀ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਪਣੀ ਕਿਰਪਾ ਦੇ ਨਾਲ ਬਣਾਈ ਹੋਈ ਸੀ। ਦੂਸਰੀ ਵਾਰ, ਤੀਜੀ ਵਾਰ ਜਦੋਂ ਯੋਗੀਆਂ ਨੇ, ਸਿੱਧ ਪੁਰਖਾਂ ਨੇ, ਕਹਿੰਦੇ ਤੁਸੀਂ ਵੰਡ ਛਕਣ ਦੀ ਗੱਲ ਕਰਦੇ ਹੋ ਤੇ ਛਕਾਉਣ ਦੀ ਗੱਲ ਕਰਦੇ ਹੋ ਕਿ ਵੰਡ ਕੇ ਛਕਣਾ ਚਾਹੀਦਾ ਹੈ। ਕਹਿਣ ਲੱਗੇ ਹਾਂ ਅਸੀਂ ਛਕਣਾ ਹੈ। ਤੇ ਉਹ ਸਾਰਾ ਕੁਝ ਜਦੋਂ ਛਕਾਉਣ ਲੱਗੇ, ਉਹਨਾਂ ਯੋਗੀਆਂ ਨੇ, ਸਿੱਧ ਪੁਰਖਾਂ ਨੇ, ਮਹਾਂਪੁਰਖਾਂ ਨੇ ਆਪਣੀ ਸ਼ਕਤੀ ਦੇ ਨਾਲ ਆਪਣੀਆਂ ਦੰਦ ਜੜ੍ਹਾਂ ਕੱਢਤੇ ਸੀ। ਕਹਿੰਦੇ ਸਾਥੋਂ ਖਾਧਾ ਨਹੀਂ ਜਾਂਦਾ ਕੁਛ। ਉੱਥੇ ਗੁਰੂ ਨਾਨਕ ਮਹਾਰਾਜ ਜੀਆਂ ਨੇ ਫਿਰ 3 ਚੀਜ਼ਾਂ ਦਾ ਮੇਲ ਮਿਲਾਪ ਕਰਕੇ ਫਿਰ ਇਹ ਦੇਗ ਤਿਆਰ ਕਰਕੇ ਉਹਨਾਂ ਸਿੱਧ ਪੁਰਖਾਂ ਨੂੰ ਦਿੱਤੀ ਸੀ। ਕਹਿੰਦੇ ਐ ਲਓ ਭਾਈ, ਤੁਸੀਂ ਇਹ ਦੇਗ ਛਕ ਲਓ, ਬਿਨਾਂ ਦੰਦ ਤੇ ਬਿਨਾਂ ਜੜ੍ਹਾਂ ਤੋਂ ਤੁਹਾਡੇ ਅੰਦਰ ਜਾਵੇਗੀ। ਇਹ 3 ਵਾਰੀ ਸਿੱਖ ਧਰਮ ਨੂੰ ਦੇਗ ਮਿਲੀ ਹੈ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਤਿੰਨੋਂ ਜਗ੍ਹਾ ਤੋਂ। ਇਹ ਜਿਹੜਾ ਵਰਤਾਰਾ ਹੈ ਦੇਗ ਦਾ, ਇਹ ਕਦੇ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰ ਸਕਦਾ, ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਇਹ ਮਹਾਨ ਬਖਸ਼ਿਸ਼, ਮਹਾਨ ਦਾਤ ਹੈ, ਜਿਹੜੀ ਸਾਨੂੰ ਸਾਡੀਆਂ ਅੱਖਾਂ ਦੇ ਨਾਲ ਦਿਖਾਈ ਦਿੰਦੀ ਹੈ ਕਿ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰਨ। ਸੁਥਰੇ ਨੂੰ ਜਦੋਂ ਸਿੰਘ ਨੇ ਕਿਹਾ, ਕਹਿਣ ਲੱਗੇ ਭਾਈ ਤੂੰ ਵਿਤਕਰਾ ਕਿਉਂ ਕਰਦਾ, ਕਿਸੇ ਨੂੰ ਵੱਧ ਵਰਤਾਈ ਜਾਂਦਾ ਤੇ ਕਿਸੇ ਨੂੰ ਘੱਟ ਵਰਤਾਈ ਜਾਂਦਾ ਦੇਖ। ਉਹ ਜਦੋਂ ਸੰਗਤ ਦੇ ਵਿੱਚੋਂ ਉੱਚੀ ਬੋਲਿਆ ਸੁਥਰਾ, ਤੇ ਫਿਰ ਇੱਧਰੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਪਤਾ ਲੱਗ ਗਿਆ। ਕਹਿਣ ਲੱਗੇ, ਮਹਾਰਾਜ ਨੇ ਸਟੇਜ 'ਤੇ ਬੈਠਿਆਂ ਨੇ ਬੋਲਿਆ, ਸੁਥਰਿਆ ਕਹਿੰਦੇ ਦੇਗ ਦਾ ਵਰਤਾਰਾ ਘੱਟ ਵੱਧ ਕਿਉਂ ਕਰਦਾ, ਇੱਕੋ ਜਿਹੀ ਦੇਗ ਵਰਤਾ, ਇੱਕੋ ਜਿਹੀ ਵਰਤਾ। ਕਹਿੰਦੇ ਤੂੰ ਇਸ ਦਾ ਵਰਤਾਰਾ ਘੱਟ ਵੱਧ ਨਾ ਕਰ, ਕਿਸੇ ਨੂੰ ਥੋੜ੍ਹੀ ਦੇਈ ਜਾਂਦਾ, ਕਿਸੇ ਨੂੰ ਬਾਹਲੀ ਦੇਈ ਜਾਂਦਾ। ਮਜ਼ਾਕੀਆ ਰੂਪ ਦੇ ਵਿੱਚ ਰਹਿੰਦਾ ਸੀ ਸੁਥਰੇ ਸ਼ਾਹ ਫਕੀਰ। ਮਹਾਰਾਜ ਨੂੰ ਵੀ ਪਤਾ ਸੀ ਤੇ ਮਹਾਰਾਜ ਦੀ ਸੰਗਤ ਨੂੰ ਵੀ ਪਤਾ ਸੀਗਾ। ਬਸ ਫਿਰ ਕੀ ਸੀ, ਸਾਰੀ ਸੰਗਤ ਦੇ ਸਾਹਮਣੇ ਵੱਡਾ ਮਜ਼ਾਕ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ। ਕਹਿਣ ਲੱਗਿਆ, ਮਹਾਰਾਜ ਇਹ ਸੰਗਤ ਤੁਹਾਡੀ ਹੈ, ਸਾਰਾ ਕੁਛ ਤੁਹਾਡਾ ਦਿੱਤਾ ਹੋਇਆ ਹੈ, ਪਰ ਮਹਾਰਾਜ ਤੁਸੀਂ ਵੀ ਤਾਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਪਤਲੇ ਬਣਾਤਾ, ਕਿਸੇ ਨੂੰ ਮੋਟੇ ਬਣਾ ਦਿੱਤਾ, ਕਿਸੇ ਦਾ ਮਹਾਰਾਜ ਭਾਰ ਤੇ ਸਿਰਫ 50 ਕਿਲੋ ਆ, ਕੋਈ 1.5 ਕੁਆਂਟਲ ਦਾ ਪਿਆ ਹੋਇਆ, ਤੁਸੀਂ ਕਿਹੜਾ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ, ਇਸੇ ਕਰਕੇ ਮੈਂ ਦੇਖਦਾ ਵਾਧਾ ਘਾਟਾ ਕਰੀ ਜਾਂਦਾ। ਮਜ਼ਾਕੀਆ ਰੂਪ ਦੇ ਵਿੱਚ ਰਹਿੰਦਾ ਸੀ। ਹੁਣ ਜਦੋਂ ਇਹ ਗੱਲ ਉਹਨੇ ਅਗਾਹਾਂ ਤੋਂ ਕਹਿ ਦਿੱਤੀ ਸੁਥਰੇ ਸ਼ਾਹ ਨੇ, ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਇਸ ਗੱਲ ਦਾ ਪਤਾ ਹੀ ਸੀ ਕਿ ਮਜ਼ਾਕ ਕਰਦਾ ਹੈ। ਸਾਰੀ ਸੰਗਤ ਵੀ ਚੁੱਪ ਤੇ ਮਹਾਰਾਜ ਵੀ ਚੁੱਪ ਹੋ ਗਏ, ਕਿਉਂਕਿ ਜਿਹੜਾ ਸੁਥਰੇ ਸ਼ਾਹ ਫਕੀਰ ਦੀ ਜ਼ਿੰਦਗੀ ਦਾ ਇੱਕ ਅਹਿਮ ਸੀ ਨਾ ਹਿੱਸਾ, ਉਹ ਦਸ਼ਮੇਸ਼ ਪਿਤਾ ਦੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਉਹਦੇ ਮੁਖ ਦੇ ਵਿੱਚ ਪਾਣੀ ਪਾਇਆ ਸੀ ਉਸ ਬੱਚੇ ਰੋਂਦੇ ਹੋਏ ਦੇ। ਇਸੇ ਕਰਕੇ ਮਜ਼ਾਕੀਆ ਰੂਪ ਦੇ ਵਿੱਚ ਉਹ ਰਹਿੰਦਾ ਸੀਗਾ ਤੇ ਮਜ਼ਾਕ ਬੜੇ ਕਰਦਾ ਰਹਿੰਦਾ ਸੀ। ਮਠਿਆਈ ਲੈ ਲੈ ਕੇ ਦੁਕਾਨ ਤੋਂ ਖਾਂਦਾ ਰਿਹਾ। ਉਹਨੇ ਪੁੱਛਿਆ, ਕਹਿਣ ਲੱਗੇ ਭਾਈ ਪੈਸੇ ਦੇ ਦੇ, ਕਹਿੰਦਾ ਨਹੀਂ ਦਿੰਦਾ। ਲੰਮਾ ਸਮਾਂ ਖਾਂਦਾ ਰਿਹਾ। ਉਹ ਮਹਾਰਾਜ ਕੋਲੇ ਆ ਗਏ, ਕਹਿੰਦੇ ਮਹਾਰਾਜ ਤੁਸੀਂ, ਇਹ ਤੁਹਾਡਾ ਸਿੰਘ ਹੈ ਜਿਹੜਾ ਮੈਥੋਂ ਮਠਿਆਈ ਲੈ ਲੈ ਕੇ ਖਾਂਦਾ ਰਿਹਾ, ਹੁਣ ਪੈਸੇ ਨਹੀਂ ਦਿੰਦਾ ਮੇਰੇ। ਕਹਿੰਦੇ ਸੁਥਰਿਆ ਖਾਧੀ ਹੈ, ਕਹਿੰਦੇ ਹਾਂ ਮਹਾਰਾਜ ਖਾਧੀ ਹੈ। ਕਿੰਨਾ ਸਮਾਂ ਹੋ ਗਿਆ, ਕਹਿੰਦੇ ਮਹਾਰਾਜ ਮੈਨੂੰ ਤਾਂ ਬਹੁਤ ਲੰਮਾ ਟਾਈਮ ਹੋ ਗਿਆ ਜੀ ਦੁਕਾਨ ਤੋਂ ਮਠਿਆਈ ਲਿਆ ਕੇ ਖਾਂਦੇ ਨੂੰ। ਕਹਿੰਦੇ ਨਿੱਤ ਖਾਨਾ ਹੈ। ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਨਿੱਤ ਖਾਨਾ ਹੈ। ਮਹਾਰਾਜ ਕਹਿਣ ਲੱਗੇ ਫਿਰ ਉਹਨਾਂ ਦੇ ਪੈਸੇ ਤਾਂ ਦੇ ਦੇ। ਇਹੋ ਜਿਹੀ ਸੀ। ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਤੁਸੀਂ ਆਪ ਹੀ ਤਾਂ ਕਿਹਾ ਕੇਤੇ ਲੈ ਲੈ ਮੁੱਕਰ ਪਾਹੇ, ਵੀ ਸਾਰਿਆਂ ਤੋਂ ਲਈ ਜਾਓ ਤੇ ਬਾਅਦ ਦੇ ਵਿੱਚ ਮੁੱਕਰ ਜਾਓ। ਮਹਾਰਾਜ ਕਹਿਣ ਲੱਗੇ ਫਿਰ ਸੁਥਰਿਆ ਅਗਾਹਾਂ ਵਾਲੀ ਪੰਕਤੀ ਵੀ ਪੜ੍ਹ ਲਿਆ ਕਰ, ਕੇਤੇ ਮੂਰਖ ਖਾਹੀ ਖਾਹੇ। ਲਗਾਤਾਰ ਲੰਮਾ ਸਮਾਂ ਦੁਕਾਨ ਤੋਂ ਮਠਿਆਈ ਲਿਆ ਕੇ ਖਾਂਦਾ ਰਿਹਾ ਤੇ ਪੈਸੇ ਮੁੱਕਰ ਗਏ। ਫਿਰ ਮਜ਼ਾਕੀਆ ਰੂਪ ਦੇ ਵਿੱਚ ਮਹਾਰਾਜ ਨੂੰ ਫਿਰ ਕਹਿਣ ਲੱਗਿਆ, ਮਹਾਰਾਜ ਤੁਸੀਂ ਆਪ ਹੀ ਤੇ ਆਖਿਆ। ਇਹ ਸੁਥਰੇ ਸ਼ਾਹ ਫਕੀਰ ਦਾ ਜਿਹੜੀ ਜ਼ਿੰਦਗੀ ਸੀ, ਹਮੇਸ਼ਾ ਇਹ ਮਜ਼ਾਕੀਆ ਰੂਪ ਦੇ ਵਿੱਚ ਰਹਿੰਦਾ ਹੁੰਦਾ ਸੀ। ਤੇ 6ਵੇਂ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਸੀ, ਕਹਿੰਦੇ ਭਾਈ ਤੁਹਾਡਾ ਕੁਥਰਾ
ਜਿਹੜੇ ਬੱਚੇ ਦੇ ਨਵ ਜਨਮੇ ਦੇ ਦੰਦ 2 ਦੰਦ ਹੋਣ ਨਾ, ਉਹਨੂੰ ਕੁਥਰਾ ਬੱਚਾ ਕਿਹਾ ਜਾਂਦਾ ਸੀ ਅਤੇ ਉਹਨੂੰ ਕੁਲ ਦਾ ਨਾਸ ਕਰਨ ਵਾਲਾ ਸਮਝਿਆ ਜਾਂਦਾ ਸੀਗਾ। ਇਹ ਸਾਰੀਆਂ ਜਿਹੜੀਆਂ ਸੀ ਬਾਹਮਣਵਾਦ ਦੀਆਂ ਰਹੁ ਰੀਤ ਰਿਵਾਜ ਨੇ ਕਿ ਕਿਹੋ ਜਿਹਾ ਬੱਚਾ ਜਨਮਿਆ ਉਹ ਕੁਲ ਦਾ ਨਾਸ ਕਰੇ ਜਾਂ ਕੁਲ ਨੂੰ ਅੱਗੇ ਵਧਾਏਗਾ। ਇਹ ਸਾਰੀ ਦੀਆਂ ਸਾਰੀਆਂ ਜਿੰਨੀਆਂ ਬਾਹਮਣਵਾਦ ਦੀਆਂ ਰਹੁ ਰੀਤ ਰਿਵਾਜ ਬਣਾਏ ਸੀਗੇ, ਇਹ ਸਾਰੇ ਦੇ ਸਾਰੇ ਗੁਰੂ ਸਾਹਿਬ ਜੀ ਮਹਾਰਾਜੀਆਂ ਨੇ ਇੱਥੇ ਖੰਡਨ ਕੀਤੇ ਹੋਏ ਨੇ। ਇਹ ਜਗ੍ਹਾ 'ਤੇ ਖੰਡਨ ਕਰ ਦਿੱਤੇ ਕਿ ਤੁਸੀਂ ਇਹਨਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ। ਜੇ ਤੁਸੀਂ ਇਹਨਾਂ ਦੇ ਚੱਕਰਾਂ ਦੇ ਵਿੱਚ ਪਾਓਗੇ ਤਾਂ ਸਹੀ ਸਲਾਮਤ ਆਪਣੇ ਬੱਚਿਆਂ ਦੀ ਜਿਹੜੀ ਪਾਲਣ ਪੋਸ਼ਣ ਹੈ ਜਾਂ ਜਿਹੜੇ ਤੁਸੀਂ ਉਹਨਾਂ ਨੂੰ ਸੰਸਕਾਰ ਦੇਣੇ ਨੇ, ਇਹ ਸਹੀ ਰੂਪ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਨਹੀਂ ਦੇ ਸਕੋਗੇ। ਸ਼ਾਇਦ ਅਜੋਕੇ ਸਮੇਂ ਦੀ, ਸ਼ਾਇਦ ਕਹਿੰਦੇ ਆ ਇਹ ਗੱਲ ਪੱਕੀ ਹੈ ਕਿ ਬਾਹਮਣਵਾਦ ਦੇ ਵਿੱਚ ਦੁਨੀਆਦਾਰੀ ਫਸੀ ਹੋਈ 90% ਲੋਕ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਨਹੀਂ ਦੇ ਸਕਦੇ, ਦੇ ਹੀ ਨਹੀਂ ਸਕਦੇ। ਕਿੱਥੋਂ ਮਿਲਣਗੇ ਸੰਸਕਾਰ? ਬੱਚਾ ਜਨਮਦਾ ਹੈ, ਉਹਨੂੰ ਥਾਂ ਥਾਂ ਤਾਂ ਜਗ੍ਹਾ ਜਗ੍ਹਾ 'ਤੇ ਉਹਦੇ ਮੱਥੇ ਟਿਕਾਏ ਜਾਂਦੇ ਨੇ, ਥਾਂ ਥਾਂ 'ਤੇ ਉਹਨਾਂ ਦੇ ਕਦੇ ਟਿੱਕੇ ਲਾਏ ਜਾਂਦੇ ਨੇ, ਕਦੇ ਕੁਛ ਕੀਤਾ ਜਾਂਦਾ ਹੈ। ਜਦੋਂ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ ਫਿਰ ਉਹਨੂੰ ਵਿਆਹਿਆ ਜਾਂਦਾ ਹੈ। ਜਦੋਂ ਉਹਦੇ ਵਿਆਹ ਵਾਲਾ ਦਿਨ ਹੋਵੇ, ਵਿਆਹ 'ਤੇ ਵੀ ਜਿੰਨਾ ਬਾਹਮਣਵਾਦ ਆ ਸਾਰੇ ਦਾ ਸਾਰਾ ਇਕੱਠਾ ਕਰਕੇ ਉਹਦੇ ਵਿਆਹ 'ਤੇ ਪ੍ਰਚਾਰਿਆ ਜਾਂਦਾ ਹੈ। ਫਿਰ ਜਿਹੜੀ ਲੜਕੀ ਨੂੰ ਕੋਈ ਵਿਚਾਰੀ BA ਕੀਤੀ ਹੁੰਦੀ ਹੈ, MA ਕੀਤੀ ਹੁੰਦੀ ਹੈ, ਡਿਗਰੀਆਂ ਕੀਤੀਆਂ ਹੁੰਦੀਆਂ ਨੇ, ਪੜ੍ਹੀ ਲਿਖੀ ਆ ਜਾਂਦੀ ਹੈ, ਸੂਝਵਾਨ, ਫਿਰ ਉਹਦੀਆਂ ਜਿਹੜੀਆਂ ਕੀਤੀਆਂ ਹੋਈਆਂ ਡਿਗਰੀਆਂ ਉਹ ਲਿਆ ਕੇ ਸਾਰੀਆਂ ਖੂਹ ਖਾਤੇ ਦੇ ਵਿੱਚ ਪਾ ਦਿੰਦੇ ਨੇ, ਉਹਨੂੰ ਲਿਆ ਕੇ ਦਰਖਤਾਂ 'ਤੇ ਮੱਥੇ ਟਿਕਾਈ ਜਾਂਦੇ ਨੇ। ਬਾਹਮਣਵਾਦ ਨਹੀਂ ਤੇ ਹੋਰ ਕੀ ਹੈ? ਦੇਤੇ ਸੰਸਕਾਰ। ਇੱਥੇ ਗੁਰੂ ਸਾਹਿਬ ਜੀ ਮਹਾਰਾਜ ਦਾ ਅਤੇ ਦੁਨੀਆਦਾਰੀ ਦਾ ਇੱਥੇ ਹੀ ਫਰਕ ਹੈ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨਵ ਜਨਮੇ ਬੱਚੇ ਤੋਂ ਲੈ ਕੇ ਜਿੰਨੀ ਜ਼ਿੰਦਗੀ ਤੇਰੇ ਕੋਲ ਹੈ, ਤੁਸੀਂ ਆਪਣੇ ਬੱਚਿਆਂ ਨੂੰ ਕੇਵਲ ਤੇ ਕੇਵਲ ਇਕੱਲੇ ਸੰਸਕਾਰ ਚੰਗੇ ਦੇ ਦਿਓ, ਬਾਕੀ ਸਾਰਾ ਕੁਛ ਉਹਨਾਂ ਨੂੰ ਪਰਮਾਤਮਾ ਦੇਵੇਗਾ। ਦਿੰਦਾ ਤੇ ਪਰਮਾਤਮਾ ਹੈ ਸੰਸਕਾਰ ਵੀ। ਪਰ ਮਨੁੱਖ ਨੇ ਕੀ ਕੀਤਾ? ਆਪਣੇ ਬੱਚਿਆਂ ਵਾਸਤੇ ਜਿਹੜਾ ਸੀ ਬਹੁਤੇ ਧਨ ਪਦਾਰਥ ਬੜਾ ਕੁਛ ਇਕੱਠਾ ਕਰ ਕਰਕੇ ਉਹਨਾਂ ਵਾਸਤੇ ਸਾਂਭ ਸੰਭਾਲ ਕਰਕੇ ਰੱਖ ਦਿੱਤਾ। ਅਤੇ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਇਹ ਸਾਰਾ ਕੁਛ ਇਕੱਠਾ ਨਹੀਂ ਹੁੰਦਾ। ਗੁਰਬਾਣੀ ਦਾ ਫੈਸਲਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਸੰਸਕਾਰ ਦੇ। ਸੰਸਕਾਰ ਤੇ ਚੰਗੇ ਦੇਣੇ ਨਹੀਂ ਹੈ। ਸੰਸਕਾਰ ਤੇ ਦੇਣੇ ਸ਼ੁਰੂ ਕਰ ਦੇ। ਕਿੱਥੇ ਦਿੰਦੇ ਨੇ ਕੋਈ ਸੰਸਕਾਰ? ਕੋਈ ਇਹ ਥੋੜ੍ਹੀ ਹੈ ਕਿ ਜਦੋਂ ਬੱਚਾ ਸੂਝਵਾਨ ਹੋ ਜੇ ਅਤੇ ਬੱਚੇ ਨੂੰ ਕਈ ਗੱਲ ਕਹੇ ਕਿ ਅੱਜ ਤੋਂ ਬਾਅਦ ਤੂੰ ਗੁਰਦੁਆਰੇ ਜਾਣਾ ਸ਼ੁਰੂ ਕਰ ਦੇ। ਜੇ ਗੁਰਦੁਆਰੇ ਸਾਹਿਬ ਤੂੰ ਜਾਵੇਂਗਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਤੈਨੂੰ ਗਿਆਨ ਬਖਸ਼ਣਗੇ। ਕਦੇ ਕੋਈ ਕਹਿੰਦਾ ਬੱਚੇ ਵਿਚਾਰੇ 5 ਪੜ੍ਹੇ, 10 ਪੜ੍ਹੇ, 12 ਪੜ੍ਹੇ, BA ਪੜ੍ਹੇ, MA ਪੜ੍ਹੇ, ਐਡੀਆਂ ਵਿਚਾਰੀਆਂ ਡਿਗਰੀਆਂ ਕਰ ਲੈਂਦੇ ਨੇ ਬੱਚੇ। ਬਸ ਮਾਂ ਪਿਓ ਤਾਂ ਸਾਰੀ ਜ਼ਿੰਦਗੀ ਇੱਕੋ ਹੀ ਗੱਲ ਕਹਿੰਦੇ ਮਰ ਜਾਂਦੇ ਨੇ ਵੀ ਜੇ ਤੂੰ ਬਾਬੇ ਦੇ ਨਾਂ ਗਿਆ ਨਾ ਤੇ ਤੇਰੀ ਪੜ੍ਹਾਈ ਰੁਕ ਜਾਣੀ ਸਾਰੀ ਜ਼ਿੰਦਗੀ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਬਾਹਮਣਵਾਦ ਮਗਰ ਲੱਗੇਗਾ ਤੇ ਤੂੰ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਦੇ ਨਹੀਂ ਪਾਏਂਗਾ। ਅਤੇ ਦੇਣਾ ਤੇ ਆਪਣੇ ਬੱਚਿਆਂ ਨੂੰ ਸੰਸਕਾਰ ਦੇ। ਗੁਰੂ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ। 6ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਤੁਹਾਡਾ ਕੁਥਰਾ ਹੋਊਗਾ। ਤੁਸੀਂ 2 ਜਿਹੜੇ ਬੱਚੇ ਦੇ ਜਨਮੇ ਦੇ ਨਵੇਂ ਜਨਮੇ ਦੇ ਬੱਚੇ ਦੇ 2 ਦੰਦ ਨੇ ਉਹਨਾਂ ਨੂੰ ਤੁਸੀਂ ਕੁਥਰਾ ਕਹਿੰਦੇ ਹੋ, ਪਰ ਅੱਜ ਤੋਂ ਬਾਅਦ ਇਹ ਸਾਡਾ ਸੁਥਰੇ ਸ਼ਾਹ ਫਕੀਰ ਹੋਊਗਾ। ਕਮਾਲ ਦੀ ਗੱਲ ਹੈ। ਜਿਹਨੂੰ ਦੁਨੀਆ ਨੇ ਪ੍ਰਵਾਨ ਕਰਦੀ ਸੀ, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਏਡਾ ਵੱਡਾ ਦਰਜਾ ਦਿੱਤਾ। ਕਹਿੰਦੇ ਸੁਥਰੇ ਸ਼ਾਹ ਫਕੀਰ ਹੋਊਗਾ ਅੱਜ ਤੋਂ ਬਾਅਦ ਇਹ ਸਾਡਾ। 4 ਪਾਤਸ਼ਾਹੀਆਂ ਮਹਾਰਾਜ ਦੇ ਦਰਸ਼ਨ ਦੀਦਾਰੇ ਉਹ ਕਰਦਾ ਰਿਹਾ। ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰਨ। ਅਕਾਲ ਪੁਰਖ ਨੇ ਕਿਰਪਾ ਕੀਤੀ। ਆਪਾਂ ਸਾਰੀਆਂ ਸੰਗਤਾਂ ਸਤਸੰਗ ਦੇ ਸਮੇਂ 'ਤੇ ਇਕੱਤਰ ਹੋਏ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।